ਮੰਤਰੀ ਦਾ ਪਿਛੋਕੜ ਕੀ ਆ? ਇਹ ਕਾਤਿਲ ਹੈ। 302 ਦਾ ਇਹਦੇ ਤੇ ਪਰਚਾ ਹੋਇਆ। ਤੁਸੀਂ ਜਾ ਕੇ ਅਜਨਾਲੇ ਹਲਕੇ 'ਚ ਪੁੱਛੋ ਉਹਦੇ ਬਾਰੇ, ਉਹ ਇਹ ਸਾਰੇ ਕੰਮ ਗਲਤ ਕਰਦਾ ਔਰ ਅੱਜ ਵੀ ਕਰ ਰਿਹਾ। ਦੋਸ਼ ਤੇ ਸਾਰਿਆਂ ਤੋਂ ਵੱਡਾ ਕੁਲਦੀਪ ਧਾਲੀਵਾਲ ਦਾ। ਇਹ ਸਭ ਤੋਂ ਨਲਾਇਕ ਆਦਮੀ ਕੈਬਨਿਟ 'ਚ ਬਣਾਇਆ। ਤੁਹਾਨੂੰ ਕੀ ਲੱਗਦਾ ਹੈ ਕਿ ਵਾਕਈ ਅਰਵਿੰਦ ਕੇਜਰੀਵਾਲ ਪੰਜਾਬ 'ਚ ਬਦਲਾਅ ਲਿਆਉਣਾ ਚਾਹੁੰਦੇ ਨੇ ਜਾਂ ਉਹਨਾਂ ਦੀ ਟਾਰਗੇਟ ਸਿਰਫ ਪ੍ਰਾਈਮ ਮਿਨਿਸਟਰ ਬਣਨ ਤੱਕ ਦਾ ਹੈ? ਉਹ ਕਹਿੰਦੇ ਸਾਨੂੰ ਪਤਾ ਹੁੰਦਾ, ਆਉਂਦੇ ਤੇ ਅਸੀਂ ਇੱਥੇ ਬੰਦਾ 150 ਇਕੱਠਾ ਹੋ ਕੇ ਦੱਸਦੇ ਵੀ ਕਿਵੇਂ ਪੈਲੀਆਂ ਦੇ ਕਬਜ਼ੇ ਲਏ ਜਾਂਦੇ ਆ। ਇਹ ਜਦੋਂ ਦੀ ਸਰਕਾਰ ਬਣੀ ਹੈ, ਇਹ ਮੰਤਰੀ ਜੀ ਦੀ ਆਖੇ ਇਸ ਜ਼ਮੀਨ ਤੇ ਮੈਨੂੰ ਨਹੀਂ ਪਤਾ ਵੀ ਕਿਉਂ ਆ। ਪੀਜੀ ਚੱਲ ਪਏ, ਇੰਨਾ ਕੁਛ ਇਹ ਏਰੀਏ ਨੂੰ ਡਿਵੈਲਪ ਮੈਂ ਕੀਤਾ। ਮੇਰੇ ਕੋਲ ਰਸੀਦਾਂ ਨੇ, ਜਿਹੜੀ ਇਹ ਜ਼ਮੀਨ ਖਰੀਦੀ ਆ ਮੈਂ ਪੈਸੇ ਦਿੱਤੇ ਆ ਲੋਕਾਂ ਨੂੰ। 2005 ਤੋਂ ਲੈ ਕੇ ਅੱਜ ਤੱਕ ਜਮਾਬੰਦੀ ਮੇਰੇ ਨਾਂ ਆ। ਇਹ ਆਮ ਆਦਮੀ ਪਾਰਟੀ ਦੀ ਗੱਲ ਕਰਦੇ ਆ, ਮੈਂ ਫਾਊਂਡਿੰਗ ਮੈਂਬਰ ਆ। ਜੇ ਇਹਨਾਂ ਨੇ ਕਰੈਕਟਿਵ ਐਕਸ਼ਨ, ਰੈਮੀਡੀਅਲ ਐਕਸ਼ਨ ਨਾ ਲਿਆ ਤੇ ਮੈਂ ਮਾਨਹਾਨੀ ਦਾ 5 ਕਰੋੜ ਦਾ ਦਾਅਵਾ ਇਹਨਾਂ ਤੇ ਪਾਵਾਂਗਾ। ਇਹ ਲੋਕਾਂ ਨੇ ਇਹਨਾਂ ਨੂੰ ਮੈਂਡੇਟ ਦਿੱਤਾ ਬਦਲਾਵ ਪਿੱਛੇ। ਇਹ ਬਦਲਾਵ ਨਹੀਂ ਕਰ ਰਹੇ, ਇਹ ਬਦਲੇ ਵਾਲੀ ਨੀਤੀ ਤੇ ਤੁਰੇ ਨੇ। ਪਰ ਮੈਂ ਸਮਝਦਾ ਵੀ ਇਹਨਾਂ ਨੇ ਸਾਰੇ ਪੰਜਾਬ 'ਚ ਸਿਰਫ ਫੋਟੋ ਆਪਰੇਸ਼ਨ ਕਰਨਾ। ਅਲਕਾ ਲਾਂਬਾ ਆਪ 'ਚ ਸੀ, ਉਹਦੇ ਤੇ ਪਰਚਾ ਦਰਜ ਹੋਇਆ। ਕੁਮਾਰ ਵਿਸ਼ਵਾਸ ਆਪ 'ਚ ਸੀ, ਉਹਦੇ ਤੇ FIR ਦਰਜ ਹੋਈ। ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਪਿਛਲੇ ਦਿਨੀ ਕੁਲਦੀਪ ਧਾਲੀਵਾਲ ਜਿਹੜੇ ਕਿ ਮੰਤਰੀ ਨੇ, ਉਹਨਾਂ ਨੇ ਇੱਕ ਜ਼ਮੀਨ ਤੇ ਛਾਪਾ ਮਾਰਿਆ ਔਰ ਉਸ ਨੂੰ ਕਿਹਾ ਕਿ ਇਹ ਇੱਕ ਪੰਚਾਇਤੀ ਜ਼ਮੀਨ ਹੈ। ਲੇਕਿਨ ਉਹ ਜ਼ਮੀਨ ਬਹੁਤ ਸਾਲਾਂ ਤੋਂ ਕੈਪਟਨ ਬਿਕਰਮ ਦੇ ਕਬਜ਼ੇ 'ਚ ਹੈ ਔਰ ਉਹ ਉਸ ਦੇ ਲੀਗਲ ਓਨਰ ਨੇ ਅੱਜ ਤੱਕ। ਤੇ ਕੈਪਟਨ ਬਿਕਰਮ ਨਾਲ ਗੱਲ ਕਰਦੇ ਹਾਂ ਵੀ ਉਹ ਸਾਰਾ ਮਸਲਾ ਹੈ ਕੀ। ਕੈਪਟਨ ਸਾਹਿਬ, ਇਹ ਜ਼ਮੀਨ ਦਾ ਜਿਹੜਾ ਮਸਲਾ ਹੈ 29 ਏਕੜ ਦਾ, ਇਸ ਵੇਲੇ ਪੰਜਾਬ ਦੇ ਵਿੱਚ ਬਹੁਤ ਵੱਡਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਤੁਸੀਂ ਸਾਡੇ ਦਰਸ਼ਕਾਂ ਨੂੰ ਇਹ ਦੱਸੋ ਵੀ ਇਹ ਜ਼ਮੀਨ ਤੁਸੀਂ ਕਦੋਂ ਖਰੀਦੀ ਔਰ ਜਿਹੜਾ ਮੰਤਰੀ ਜੀ ਲਾ ਰਹੇ ਨੇ ਐਲੀਗੇਸ਼ਨ ਕਿ ਇਹ ਸਰਕਾਰੀ ਜ਼ਮੀਨ ਹੈ, ਉਹ ਸਾਡੇ ਦਰਸ਼ਕਾਂ ਨੂੰ ਸਪਸ਼ਟੀਕਰਨ ਦਿਓ ਉਹਦਾ। ਵੇਖੋ ਜੀ, ਸਾਰਿਆਂ ਤੋਂ ਪਹਿਲੀ ਗੱਲ, ਜਿਹੜਾ ਇਹ ਸਰਕਾਰ ਦਾ ਫੈਸਲਾ ਹੈ ਜਾਂ ਮੰਤਰੀ ਜੀ ਦਾ ਫੈਸਲਾ ਹੈ ਔਰ ਕੰਮ ਕਰਨ ਦਾ ਤਰੀਕਾ, ਇਹ ਬਹੁਤ ਨਿੰਦਣਯੋਗ ਹੈ। ਮੰਤਰੀ ਜੀ ਸਰਾਸਰ ਝੂਠ ਬੋਲ ਰਹੇ ਆ। ਇੱਕ ਕੈਬਨਿਟ ਵਜ਼ੀਰ ਹੋਣ ਦੇ ਨਾਤੇ ਇੰਨੀ ਗੈਰ ਜ਼ਿੰਮੇਵਾਰ ਸਟੇਟਮੈਂਟ ਮੈਂ ਨਹੀਂ ਸਮਝਦਾ ਵੀ ਕੋਈ ਵੀ ਦੇ ਸਕਦਾ। ਇਹ ਜ਼ਮੀਨ ਮੇਰੀ 1997 ਦੀ ਖਰੀਦੀ ਹੋਈ ਜ਼ਮੀਨ ਹੈ। ਜ਼ਮੀਨ ਖਰੀਦਣ ਤੋਂ ਬਾਅਦ ਇਹ ਮੈਂ ਤਾਂ ਇਨੀਸ਼ੀਅਲ ਜਿਹੜਾ ਬੰਦਿਆਂ 'ਚ ਆਉਣਾ ਇਹ ਏਰੀਏ ਨੂੰ ਆਬਾਦ ਕਰਨ ਦਾ। ਉਦੋਂ ਇੱਥੇ ਗਰੀਬੀ ਬੜੀ ਸੀ, ਜ਼ਮੀਨਾਂ ਸਸਤੀਆਂ ਸੀ। ਪਹਿਲਾਂ ਟਿਊਬਵੈੱਲ, ਬੋਰ, ਪਾਣੀ ਮੈਂ ਲੈ ਕੇ ਆਇਆ। ਜੰਗਲਾਤ ਮਹਿਕਮੇ ਤੋਂ ਇੱਥੇ ਸੀਡਲਿੰਗ ਪ੍ਰੋਕਿਓਰ ਕਰਕੇ ਦਰਖਤ ਲਾਉਣੇ, ਹੋਰ ਕਰਨੇ, ਮੈਂ ਇਹੋ ਜਿਹਾ ਬਹੁਤ ਕੰਮ ਕੀਤਾ। ਵਿੱਦਿਆ ਦੇ ਖੇਤਰ 'ਚ ਕਾਲਜ ਲੈ ਕੇ ਆਇਆ। ਪਹਿਲਾ ਕਾਲਜ ਜਿਹੜਾ ਇੱਥੇ ਮੈਂ ਲਿਆਇਆ। ਉਸ ਗੱਲ ਕਰਕੇ ਇਹ ਏਰੀਆ ਸਾਰਾ ਡਿਵੈਲਪ ਹੋਇਆ। ਇੱਥੇ ਬੱਚੇ ਪੜ੍ਹਨ ਲੱਗੇ। ਇੱਥੇ ਪਿੰਡਾਂ 'ਚ ਜਿੱਥੇ ਚੱਜ ਨਾਲ ਮੈਂ ਸਮਝਦਾ ਵੀ ਰੋਟੀ ਨਹੀਂ ਸੀ ਪੱਕਦੀ ਘਰਾਂ 'ਚ, ਉੱਥੇ ਕੱਚੇ ਫਰਸ਼ ਹੁੰਦੇ ਸੀ, ਕੱਚੇ ਮਕਾਨ ਹੁੰਦੇ ਸੀ, ਉਹਨਾਂ ਦੇ ਮਕਾਨ ਪੱਕੇ ਹੋ ਗਏ। ਪੀਜੀ ਚੱਲ ਪਏ, ਇੰਨਾ ਕੁਛ ਇਹ ਏਰੀਏ ਨੂੰ ਡਿਵੈਲਪ ਮੈਂ ਕੀਤਾ। 1997 'ਚ ਮੈਂ ਇਹ ਜ਼ਮੀਨ ਲਈ ਆ। 2005 'ਚ ਮੇਰਾ ਇਹ ਕੇਸ ਜਿਹੜਾ ਚੱਲਿਆ ਅਸਿਸਟੈਂਟ ਗ੍ਰੇਡ 2 ਮੈਜਿਸਟਰੇਟ ਦੇ, ਉਹਨਾਂ ਨੇ ਮੇਰੀਆਂ ਅਟਾਰਨੀਆਂ ਦੇਖੀਆਂ ਜਿਹਦੇ ਬਣਾ 'ਤੇ ਮੈਂ ਲੋਕਾਂ ਤੋਂ ਜ਼ਮੀਨ ਇਹ ਖਰੀਦੀ ਆ। ਮੇਰੇ ਕੋਲ ਰਸੀਦਾਂ ਨੇ, ਜਿਹੜੀ ਇਹ ਜ਼ਮੀਨ ਖਰੀਦੀ ਆ ਮੈਂ ਪੈਸੇ ਦਿੱਤੇ ਆ ਲੋਕਾਂ ਨੂੰ। ਉਹਨਾਂ ਨੇ ਕਰਕੇ ਮੇਰੀ ਜਮਾਬੰਦੀ ਮੇਰੇ ਨਾਂ 'ਚ ਚੜ੍ਹਾਈ। 2005 ਤੋਂ ਲੈ ਕੇ ਅੱਜ ਤੱਕ ਜਮਾਬੰਦੀ ਮੇਰੇ ਨਾਂ ਆ। ਇਹਦੇ ਇਲਾਵਾ ਸਿਵਲ ਕੋਰਟ ਦੀ ਇੰਜੰਕਸ਼ਨ ਮੈਂ ਫਾਈਲ ਕੀਤੀ। ਮੇਰੇ ਕੋਲ ਸਟੇ ਆ 2012 ਦੀ। ਮਹਿਕਮੇ ਨੂੰ ਜੇ ਕਰਨਾ ਚਾਹੀਦਾ ਸੀ ਕਾਨੂੰਨ ਦੇ ਦਾਇਰੇ 'ਚ ਰਹਿ ਕੇ, ਇਹ ਉਹ ਸਟੇ ਸੈਟੀਸਾਈਡ ਕਰਾਉਂਦੇ। ਸਭ ਤੋਂ ਵੱਡੀ ਗੱਲ ਹੈ, ਇਹ ਜਦੋਂ ਦੀ ਸਰਕਾਰ ਬਣੀ ਹੈ, ਇਹ ਮੰਤਰੀ ਜੀ ਦੀ ਆਖੇ ਇਸ ਜ਼ਮੀਨ ਤੇ ਮੈਨੂੰ ਨਹੀਂ ਪਤਾ ਵੀ ਕਿਉਂ ਆ। ਇਹਨਾਂ ਨੇ ਪਿਛਲੇ ਮਹੀਨੇ ਵੀ ਕੋਸ਼ਿਸ਼ ਕੀਤੀ। ਮਾਲ ਮਹਿਕਮੇ ਨੇ 28 ਮਾਰਚ ਨੂੰ 2022 ਨੂੰ ਇਹਨਾਂ ਨੂੰ ਲਿਖ ਕੇ ਆਖਿਆ ਕਿ ਇਹ ਜਿਹੜੀ ਜਗ੍ਹਾ ਹੈਗੀ ਹੈ ਇਹ ਜੁਆਇੰਟ ਖੇਵਟ ਹੈ, ਇਹਦਾ ਅਸੀਂ ਵਾਰੰਟ ਆਫ ਪੋਜੈਸ਼ਨ ਐਗਜ਼ੀਕਿਊਟ ਨਹੀਂ ਕਰ ਸਕਦੇ। ਇਹਨਾਂ ਨੇ ਉਹ ਵੀ ਚੀਜ਼ ਦੀ ਉਲੰਘਣਾ ਕੀਤੀ। ਸੋ ਇਹਨਾਂ ਨੂੰ ਪਤਾ ਨਹੀਂ ਕੀ ਦਿਮਾਗ 'ਚ ਸੀ ਵੀ ਇਹ ਅਸੀਂ ਜ਼ਮੀਨ ਨੂੰ ਐਂ ਕਰ ਲਾਂਗੇ, ਜਾਂ ਮੈਨੂੰ ਇਹ ਡਰਾ ਲੈਣਗੇ ਜਾਂ ਧਮਕਾ ਲੈਣਗੇ। ਇਸ ਚੀਜ਼ ਤੋਂ ਡਰ ਤੋਂ ਮੈਂ 100 ਕੋ ਦੂਰ ਹਾਂ। ਮੇਰੀ ਤਾਂ ਸਾਰੀ ਉਮਰ ਲੰਘ ਗਈ ਇਹਨਾਂ ਕੰਮਾਂ 'ਚ। ਮੈਂ ਸਾਬਕਾ ਫੌਜੀ ਹਾਂ, ਸ਼ੌਰਯ ਚੱਕਰ ਵਿਜੇਤਾ ਹਾਂ। ਮੈਂ ਦੇਸ਼ ਲਈ ਕੰਮ ਕੀਤਾ, ਖੂਨ ਬਹਾਇਆ। ਅੱਛਾ, ਇਹ ਆਮ ਆਦਮੀ ਪਾਰਟੀ ਦੀ ਗੱਲ ਕਰਦੇ ਆ, ਮੈਂ ਫਾਊਂਡਿੰਗ ਮੈਂਬਰ ਹਾਂ।
ਮੈਂ ਤੇ ਛੋਟੇਪੁਰ ਸਾਹਿਬ ਨੇ ਅਸੀਂ ਰਲ ਕੇ ਇਹ ਪਾਰਟੀ ਸਥਾਪਿਤ ਕੀਤੀ ਆ। 2017 ਚ ਮੈਂ ਇਸ ਪਾਰਟੀ ਵੱਲੋਂ ਇਲੈਕਸ਼ਨ ਲੜਿਆ, ਐਕਸ ਸਰਵਿਸਮੈਨ ਦਾ ਮੈਂ ਕਨਵੀਨਰ ਰਿਹਾ ਪੰਜਾਬ ਦਾ, ਉਦੋਂ ਬਾਅਦ ਮੈਂ ਸਪੋਕਸਪਰਸਨ ਵੀ ਲੱਗਾ ਰਿਹਾ। ਹੁਣ ਇਸ਼ੂ ਇਹ ਹੈ ਕਿ ਇਹਨਾਂ ਦੀ ਆਦਤ ਹੈ ਕਿ ਕੋਈ ਵੀ ਚੀਜ਼ ਇਹਨਾਂ ਕਰਨੀ ਹੈ, ਇਹ ਡੂੰਘਾਈ 'ਚ ਨਹੀਂ ਗਏ। ਔਰ ਉਹੀ ਆਦਤ ਮੰਤਰੀ ਦੀ ਆ। ਮੰਤਰੀ ਦਾ ਪਿਛੋਕੜ ਕੀ ਆ? ਇਹ ਕਾਤਿਲ ਹੈ, 302 ਦਾ ਇਹਦੇ ਤੇ ਪਰਚਾ ਹੋਇਆ। ਮੈਂ ਤਾਂ ਸਗੋਂ ਇਸ ਤੁਹਾਡੀ ਚੈਨਲ ਦੇ ਰਾਹੀਂ ਮੈਂ ਤਾਂ ਕੇਜਰੀਵਾਲ ਸਾਹਿਬ ਨੂੰ ਮੰਗ ਕਰੂੰਗਾ ਵੀ ਇਹੋ ਜਿਹੇ ਮੰਤਰੀ ਜਿਹੜੇ ਨੇ ਤੁਹਾਡੀ ਪਾਰਟੀ ਦੀ ਛਵੀ ਖਰਾਬ ਕਰ ਰਹੇ ਆ, ਇਹਨਾਂ ਤੋਂ ਅਸਤੀਫਾ ਲਿਆ ਜਾਵੇ। ਇਹ ਤਾਂ ਲਾਇਬਿਲਿਟੀ ਹੈ ਬੜੀ ਵੱਡੀ। ਹਾਲੇ ਸ਼ੁਰੂ 'ਚ ਇਹ ਕੰਮ ਕਰੀ ਜਾਂਦਾ, ਅੱਗੇ ਜਾ ਕੇ ਇਹਨੇ ਬਹੁਤ ਕੁਝ ਕਰਨਾ। ਅੱਛਾ, ਫਿਰ ਇਹ ਕਹਿੰਦੇ ਆ ਸ਼ਾਮਲਾਟ ਤੇ ਜ਼ਮੀਨ ਹੀ ਨਹੀਂ ਹੈਗੀ ਹੈ। ਇਕੱਲਾ ਮੇਰਾ ਕੇਸ ਛੱਡ ਦਿਓ, ਮੇਰੇ ਵਾਂਗੂ ਹੋਰ ਬਹੁਤ ਬੰਦੇ ਨੇ ਚੰਡੀਗੜ੍ਹ 'ਚ ਜਿਹੜਾ ਆਸ-ਪਾਸ ਇਹਨਾਂ ਨੇ ਲਈ ਹੈ। ਪਰ ਚੰਡੀਗੜ੍ਹ ਦੇ ਇਲਾਵਾ ਜ਼ਿਆਦਾ ਮੈਜੋਰਿਟੀ 90% ਉਹ ਲੋਕ ਨੇ ਜਿਨ੍ਹਾਂ ਦੀ ਰੋਜ਼ੀ ਰੋਟੀ ਇਹਨਾਂ ਚੀਜ਼ਾਂ ਤੋਂ ਚੱਲਦੀ ਆ। ਉਹਨਾਂ ਦੇ ਮਕਾਨ ਇੱਥੇ ਪਏ ਨੇ, ਉਹਨਾਂ ਦੀਆਂ ਫਸਲਾਂ ਇੱਥੇ ਹੁੰਦੀਆਂ। ਹੁਣ ਜਿੱਥੇ ਅੰਮ੍ਰਿਤਸਰ ਜਾ ਕੇ ਆਏ ਨੇ ਉੱਥੇ ਇਹਨਾਂ ਨੇ ਜ਼ਮੀਨ ਛਡਾਈ ਆ। ਮੇਰੀ ਉਹ ਕੱਲ੍ਹ ਬੰਦਿਆਂ ਨਾਲ ਗੱਲ ਹੋਈ ਆ, ਉਹ ਕਹਿੰਦੇ, ਮੈਂ ਪੁੱਛਿਆ, ਮੈਂ ਕਿਹਾ ਕਿਵੇਂ ਹੋਇਆ? ਉਹ ਕਹਿੰਦੇ ਜੀ ਇੱਥੇ ਮੰਤਰੀ ਜੀ ਆਏ ਸੀ ਅਤੇ 2 ਗੇੜੇ ਟਰੈਕਟਰ ਦੇ ਕੱਢੇ ਕੁੱਢੇ ਆ ਜਾਂ ਕਢਾਏ ਆ। ਅਤੇ ਮੈਂ ਕਿਹਾ ਤੁਸੀਂ ਕੀ ਕਰਦੇ ਸੀ? ਕਹਿੰਦੇ ਅਸੀਂ ਤੂੜੀ ਕੱਢਦੇ ਸੀ। ਮੈਂ ਕਿਹਾ ਫਿਰ ਤੁਸੀਂ ਕੀ ਕੀਤਾ? ਕਹਿੰਦੇ ਕੁਛ ਨਹੀਂ, ਅਸੀਂ ਤੂੜੀ ਕੱਢਦੇ ਗਏ। ਸੋ ਉਹ ਅੱਜ ਵੀ ਕਾਬਜ਼ ਨੇ ਅਤੇ ਉਹਨਾਂ ਦੀ ਮੈਂ ਸਮਝਦਾ ਵੀ ਚੰਗੀ ਗੱਲ ਆ। ਉਹ ਕਹਿੰਦੇ ਸਾਨੂੰ ਪਤਾ ਹੁੰਦਾ ਆਉਂਦੇ ਅਤੇ ਅਸੀਂ ਇੱਥੇ ਬੰਦਾ 150 ਇਕੱਠਾ ਹੋ ਕੇ ਦੱਸਦੇ ਵੀ ਕਿਵੇਂ ਪੈਲੀਆਂ ਦੇ ਕਬਜ਼ੇ ਲਏ ਜਾਂਦੇ ਆ। ਸੋ ਇਸ ਕਰਕੇ ਇਹ ਲੀਗੈਲਿਟੀ ਨਾ ਦੇਖਦੇ ਹੋਏ ਇਹ ਜਿਹੜਾ ਕੰਮ ਇਹਨਾਂ ਨੇ ਫੜਿਆ, ਇਹ ਟੋਟਲੀ ਇਲੀਗਲ ਕੰਮ ਹੈ। ਇਹ ਟਰੈਸਪਾਸ ਕਰ ਰਹੇ ਨੇ ਪੀਸਫੁਲ ਪੋਜੈਸ਼ਨ 'ਚ। ਔਰ ਮੈਂ ਇਸ ਵੇਲੇ ਇਹਨਾਂ ਨੂੰ ਲੀਗਲ ਨੋਟਿਸ ਫਾਈਲ ਕਰਤਾ, ਮਹਿਕਮੇ ਨੂੰ ਵੀ, ਮੰਤਰੀ ਜੀ ਨੂੰ ਵੀ ਜੇ ਇਹਨਾਂ ਨੇ ਕਰੈਕਟਿਵ ਐਕਸ਼ਨ, ਰੈਮੀਡੀਅਲ ਐਕਸ਼ਨ ਨਾ ਲਿਆ ਤੇ ਮੈਂ ਮਾਨਹਾਨੀ ਦਾ 5 ਕਰੋੜ ਦਾ ਦਾਅਵਾ ਇਹਨਾਂ 'ਤੇ ਪਾਵਾਂਗਾ। ਇਹਦੇ ਇਲਾਵਾ ਮੈਂ ਕੋਰਟ ਦੀਆਂ ਬਾਕੀ ਆਪਸ਼ਨਸ ਵੀ ਸਟੱਡੀ ਕਰ ਰਿਹਾ, ਵਕੀਲਾਂ ਨਾਲ ਸਲਾਹ ਕਰ ਰਿਹਾ। ਮੈਨੂੰ ਜੇ ਜਾਣਾ ਪਿਆ ਮੈਂ ਸੁਪਰੀਮ ਕੋਰਟ ਤੱਕ ਜਾਣਾ। ਮੈਂ ਇਹਨਾਂ ਚੀਜ਼ਾਂ ਤੋਂ ਨਾ ਡਰਨਾ ਹੈ ਅਤੇ ਨਾ ਮੈਂ ਹਾਰ ਮੰਨਣੀ ਹੈ। ਵਿਕਰਮ ਜੀ, ਜਿਸ ਤਰ੍ਹਾਂ ਤੁਸੀਂ ਕਿਹਾ ਵੀ ਪਹਿਲਾਂ ਤੁਸੀਂ ਆਮ ਆਦਮੀ ਪਾਰਟੀ ਸੀ, ਇਲੈਕਸ਼ਨ ਲੜੀ, ਕਿਤੇ ਇਹ ਬਦਲਾਖੋਰੀ ਦਾ ਤਾਂ ਨਹੀਂ ਵੀ ਤੁਸੀਂ ਪਾਰਟੀ ਛੱਡ ਕੇ ਚਲੇ ਗਏ ਔਰ ਹੁਣ ਅਕਾਲੀ ਦਲ ਨੂੰ 'ਚ ਤੁਸੀਂ ਹੈਗੇ ਹੋ? ਅਕਾਲੀ ਦਲ ਵੈਸੇ ਹੀ ਆਮ ਆਦਮੀ ਪਾਰਟੀ ਦੇ ਲੋਕਾਂ ਨੂੰ ਪਸੰਦ ਨਹੀਂ ਹੈਗਾ। ਅਰਵਿੰਦ ਕੇਜਰੀਵਾਲ ਉਹਨਾਂ ਨੇ ਪਹਿਲਾਂ ਵਿਕਰਮ ਮਜੀਠੀਆ ਤੋਂ ਮਾਫੀ ਮੰਗ ਚੁੱਕੇ ਨੇ। ਕਿਤੇ ਇਹ ਤਾਂ ਨਹੀਂ ਵੀ ਤੁਹਾਡੇ ਬਦਲਾਖੋਰੀ ਦਾ ਇਹ ਸਾਰਾ ਹੈਗਾ? ਦੇਖੋ, ਕਿਸੇ ਹੱਦ ਤੱਕ ਮੈਂ ਸਮਝਦਾ ਵੀ ਬਦਲਾਖੋਰੀ ਦਾ ਹੈ। ਬਦਲਾਖੋਰੀ ਇਸ ਕਰਕੇ ਹੈ ਬਿਕੋਜ਼ ਇਹ ਸਿਮਿਲਰ ਹੀ ਅਲਕਾ ਲਾਂਬਾ ਆਪ 'ਚ ਸੀ, ਉਹਦੇ 'ਤੇ ਪਰਚਾ ਦਰਜ ਹੋਇਆ। ਕੁਮਾਰ ਵਿਸ਼ਵਾਸ ਆਪ 'ਚ ਸੀ, ਉਹਦੇ 'ਤੇ FIR ਦਰਜ ਹੋਈ। ਹੁਣ ਤੁਸੀਂ ਮੇਰਾ ਐਗਜ਼ੈਂਪਲ ਲੈ ਲਓ। ਇਸ਼ੂ ਇਹ ਹੈ, ਇਹ ਲੋਕਾਂ ਨੇ ਇਹਨਾਂ ਨੂੰ ਮੈਂਡੇਟ ਦਿੱਤਾ ਬਦਲਾਵ ਪਿੱਛੇ। ਇਹ ਬਦਲਾਵ ਨਹੀਂ ਕਰ ਰਹੇ, ਇਹ ਬਦਲੇ ਵਾਲੀ ਨੀਤੀ 'ਤੇ ਤੁਰੇ ਨੇ। ਸੋ ਇਸ ਕਰਕੇ ਮੈਂ ਇਹ ਨਹੀਂ ਸਮਝਿਆ ਸੀ ਕਦੀ ਵੀ ਜਿਹੜੀ ਪਾਰਟੀ ਲਈ ਇੰਨਾ ਕੰਮ ਕੀਤਾ ਹੋਵੇ। 117 ਹਲਕਿਆਂ 'ਚ ਮੈਂ ਗਿਆ, 50-50 ਬੰਦਿਆਂ ਦੀ ਹਰ ਇੱਕ ਹਲਕੇ 'ਚ ਮੈਂ ਫੌਜੀਆਂ ਦੀ, ਸਾਬਕਾ ਫੌਜੀਆਂ ਦੀਆਂ ਯੂਨਿਟਾਂ ਤਿਆਰ ਕੀਤੀਆਂ ਬਤੌਰ ਵਰਕਰ। ਖੂਨ ਪਸੀਨਾ ਦਿੱਤਾ ਪਾਰਟੀ ਨੂੰ। ਮੈਂ ਨਹੀਂ ਸੀ ਸੋਚਿਆ ਵੀ ਇੰਨੀ ਗਿਰਾਵਟ ਵੀ ਆ ਜਾਂਦੀ ਆ। ਸੋ ਇਸ ਕਰਕੇ ਇੱਕ ਚੀਜ਼ ਜ਼ਰੂਰ ਮੇਰੇ ਮਾਈਂਡ 'ਚ ਆਉਂਦੀ ਹੈ ਵੀ ਇਹ ਸਾਜ਼ਿਸ਼ ਥੱਲੜੇ ਲੈਵਲ ਦੀ ਹੋ ਸਕਦੀ ਹੈ। ਹੁਣ ਧਾਲੀਵਾਲ ਸਾਹਿਬ ਨੂੰ ਐਵੇਂ ਮੈਂ ਆਖਾਂ, ਠੀਕ ਹੈ ਮਿਨਿਸਟਰ ਹੈਗੇ ਆ, ਉਹਦੀ ਕਾਬਲੀਅਤ ਤੇ ਚਲੋ ਮੈਂ ਜ਼ਿਆਦਾ ਨਹੀਂ ਟਿੱਪਣੀ ਕਰਨੀ ਚਾਹੁੰਦਾ, ਵਿਚਾਰਾ 10ਵੀਂ ਪਾਸ ਹੈ। ਸੋ ਜਿੰਨੇ ਬਿਊਰੋਕ੍ਰੇਸੀ ਹੈ, ਕਮ ਸੇ ਕਮ ਇੱਕ IAS ਵਗੈਰਾ ਡਾਇਰੈਕਟਰ ਜਿਹੜੇ ਨੇ ਉਹਨਾਂ ਨੂੰ ਚਾਹੀਦਾ ਸੀ ਸਹੀ ਢੰਗ ਨਾਲ ਉਹਨਾਂ ਨੂੰ ਗਾਈਡ ਕਰਦੇ। ਬਾਕੀ ਇਹ ਹੈ ਵੀ ਉਹਦੀਆਂ ਪੁਰਾਣੀਆਂ ਆਦਤਾਂ ਨੇ ਧਾਲੀਵਾਲ ਦੀਆਂ। 302 ਦਾ ਉਹਦੇ 'ਤੇ ਪਰਚਾ ਹੋਇਆ। ਇਹ ਜਿਹੜੇ ਕੰਮ ਨੇ ਉਹ ਇਹਨਾਂ ਕੰਟਰੋਵਰਸੀ 'ਚ ਉਹ ਨਵਾਂ ਨਹੀਂ ਹੈਗਾ। ਤੁਸੀਂ ਜਾ ਕੇ ਅਜਨਾਲੇ ਹਲਕੇ 'ਚ ਪੁੱਛੋ ਉਹਦੇ ਬਾਰੇ, ਉਹ ਇਹ ਸਾਰੇ ਕੰਮ ਗਲਤ ਕਰਦਾ ਔਰ ਅੱਜ ਵੀ ਕਰ ਰਿਹਾ, ਅੱਜ ਵੀ ਗਲਤ ਕਰ ਰਿਹਾ। ਮੈਂ ਇਹ ਤਾਂ ਨਹੀਂ ਉਹਦੀਆਂ ਗੱਲਾਂ ਹੋਰ ਮੈਂ ਦੱਸਦਾ ਡਿਟੇਲ 'ਚ ਕਿਉਂਕਿ ਮੇਰੇ ਕੋਲ ਪ੍ਰੂਫ ਨਹੀਂ ਹੈ। ਸੋ ਇਸ ਕਰਕੇ ਮੈਂ ਇਹ ਅਦਰਵਾਈਜ਼ ਅੱਜ ਵੀ ਜਿਹੜੇ ਆ ਟਰਾਂਸਪੋਰਟ ਦੇ ਟੈਂਡਰ ਨਿਕਲੇ ਨੇ, ਲਿਫਟਿੰਗ ਜਿਹੜੀਆਂ ਕ੍ਰੌਪਸ ਹੁਣ ਚੱਲ ਰਹੀਆਂ, ਉਹਦੇ ਅੰਦਰ ਵੀ ਮੰਤਰੀ ਜੀ ਦਾ ਕੰਟਰੋਵਰਸ਼ੀਅਲ ਰੋਲ ਰਿਹਾ। ਸੋ ਇਹੋ ਜਿਹੇ ਮੰਤਰੀ ਤੋਂ ਮੈਨੂੰ ਆਸ ਨਹੀਂ ਹੈ ਬਿਲਕੁਲ। ਔਰ ਮੈਂ ਸਮਝਦਾ ਵੀ ਇਹਨਾਂ ਨੇ ਸਾਰੇ ਪੰਜਾਬ 'ਚ ਸਿਰਫ ਫੋਟੋ ਆਪਰੇਸ਼ਨ ਕਰਨਾ, ਜਿਵੇਂ ਉਹ ਵਾਲੇ ਬੰਦੇ ਅੰਮ੍ਰਿਤਸਰ ਵਾਲੇ ਗੱਲ ਕਰਦੇ ਨੇ, ਉਸ ਤਰ੍ਹਾਂ ਹੀ ਇਹਨਾਂ ਦਾ ਫੋਟੋ ਆਪਰੇਸ਼ਨ ਹੈਗਾ। ਲਾਅ ਐਂਡ ਆਰਡਰ ਫੇਲ ਹੋ ਚੁੱਕਾ ਆਪ ਗਵਰਨਮੈਂਟ ਦਾ। ਪਟਿਆਲੇ ਦੀ ਸਥਿਤੀ ਦੇਖ ਲਓ, ਕਿਸਾਨ ਖੁਦਕੁਸ਼ੀਆਂ ਕਰ ਰਹੇ ਨੇ। ਮੈਨੂੰ ਲੱਗਦਾ 20 ਕਿਸਾਨ ਤੋਂ ਉੱਤੇ ਖੁਦਕੁਸ਼ੀ ਹੋ ਗਈ ਆ। ਬਿਜਲੀ ਆ ਨਹੀਂ ਰਹੀ, ਪ੍ਰੋਟੈਸਟ ਚੱਲ ਰਹੇ ਆ, ਫਾਰਮਰ ਪ੍ਰੋਟੈਸਟ ਕਰ ਰਹੇ ਆ, ਟੀਚਰ ਪ੍ਰੋਟੈਸਟ ਕਰ ਰਹੇ ਆ। ਜਿੰਨੀਆਂ ਇਹਨਾਂ ਦੀਆਂ ਨਾਕਾਮੀਆਂ ਪਈਆਂ ਨੇ, ਇਹ ਲੋਕਾਂ ਦੀ ਅਟੈਂਸ਼ਨ ਡਾਇਵਰਟ ਕਰਨ ਲਈ ਇਹ ਕੰਮ ਕਰ ਰਹੇ ਆ।
ਹੋਰ ਇਸ ਗੱਲ 'ਚ ਕੁਝ ਨਹੀਂ ਕੱਢਣ ਪਾਉਣ ਨੂੰ। ਰਾਦਰ ਮੈਂ ਇਹ ਸਲਾਹ ਕਰਕੇ ਸਾਰੇ ਕੰਮ ਕਰਦੇ ਨਾ। ਇਹਨਾਂ ਨੇ ਵਾਅਦਾ ਕੀਤਾ ਸੀ ਵੀ ਪਹਿਲੇ ਮਹੀਨੇ 'ਚ ਅਸੀਂ 50,000 ਕਰੋੜ ਜਨਰੇਟ ਕਰਾਂਗੇ। ਇਹਨਾਂ ਨੇ ਉਲਟਾ 7,000 ਕਰੋੜ ਦਾ ਲੋਨ ਚੁੱਕਿਆ। ਹੁਣ ਹਾਲੇ 1.5-2 ਮਹੀਨੇ ਨਹੀਂ ਹੋਏ ਸਰਕਾਰ ਨੂੰ। 50,000 ਕਰੋੜ ਇਹਨਾਂ ਲਈ ਕਰਨਾ ਕੋਈ ਵੱਡੀ ਗੱਲ ਨਹੀਂ ਸੀ। ਇਹ 50,000 ਏਕੜ ਕਹਿੰਦੇ ਨੇ, ਇਹੋ ਜਿਹੀਆਂ ਜ਼ਮੀਨਾਂ ਨੇ। ਇਹ ਲੋਕਾਂ ਨੂੰ ਕਹਿੰਦੇ ਜਿਹੜੀਆਂ ਐਡਵਰਸ ਪੋਜੈਸ਼ਨ 'ਚ ਲੋਕ ਬੈਠੇ ਨੇ 10 ਸਾਲ 15 ਸਾਲ 20 ਸਾਲ ਤੋਂ, ਤੁਸੀਂ ਸਟੈਂਪ ਡਿਊਟੀ ਜਮ੍ਹਾਂ ਕਰਾਓ ਐਜ਼ ਪਰ ਕਲੈਕਟਰ ਰੇਟ। ਇਹਨਾਂ ਨੂੰ 50,000 ਕਰੋੜ ਤੇ 2 ਮਹੀਨੇ 'ਚ ਇਕੱਠੇ ਹੋ ਜਾਣਾ। ਪਰ ਗਵਰਨੈਂਸ ਤੋਂ ਇਹ 100 ਕੋ ਦੂਰ ਨੇ। ਇਹਨਾਂ ਦਾ ਹੁੰਦਾ ਕਿ ਅਸੀਂ TRP ਕਿਵੇਂ ਵਧਾਉਣੀ ਆ, ਪ੍ਰੈਸ 'ਚ ਕਿਵੇਂ ਆਉਣਾ, ਕੰਮ ਹੋਵੇ ਨਾ ਹੋਵੇ, ਸਟੇਟ ਦਾ ਭਲਾ ਹੋਵੇ ਨਾ ਹੋਵੇ, ਇਹ ਇਸ ਗੱਲੋਂ ਦੂਰ ਨੇ ਬਹੁਤ। ਤੁਸੀਂ ਅਲਕਾ ਲਾਂਬਾ ਦੀ ਔਰ ਕੁਮਾਰ ਵਿਸ਼ਵਾਸ ਦੀ ਗੱਲ ਕੀਤੀ। ਤੁਹਾਨੂੰ ਕੀ ਲੱਗਦਾ ਹੈ ਵੀ ਉਹਨਾਂ ਨਾਲ ਵੀ ਬਦਲਾਖੋਰੀ ਦਾ ਕਰਕੇ ਹੀ ਇਹਨਾਂ ਨੇ ਕੇਸ ਕੀਤੇ ਨੇ? ਵੇਖੋ ਜੀ, ਬਿਲਕੁਲ ਵੇਖੋ, ਪੋਲੀਟਿਕਸ ਐਸੀ, ਜਦੋਂ ਤੁਸੀਂ ਕੈਂਪੇਨ ਚੱਲਦਾ ਨਾ ਜਾਂ ਚੁਣਾਵ ਚੱਲਦਾ ਹੈ, ਉਦੋਂ ਬੜਾ ਕੁਝ ਬੋਲਦੇ ਹੋ। ਲੀਡਰਾਂ ਦੇ ਖਿਲਾਫ ਵੀ ਬੋਲਣਾ ਪੈਂਦਾ, ਸਾਰਾ ਕੁਝ ਹੁੰਦਾ। ਕਮੀਆਂ ਜਿਹੜੀਆਂ ਆਪਾਂ ਹਾਈਲਾਈਟ ਕਰਦੇ ਹਾਂ। ਪਰ ਜਦੋਂ ਚੁਣਾਵ ਮੁੱਕ ਜਾਂਦਾ ਨਾ, ਉਦੋਂ ਗੱਲਾਂ ਭੁੱਲ ਜਾਈਦੀਆਂ। ਉਦੋਂ ਆਪਾਂ ਇਹ ਚੀਜ਼ਾਂ 'ਚ ਆਪਾਂ ਨੂੰ ਪੈਣਾ ਨਹੀਂ ਚਾਹੀਦਾ। ਜਿਹੜਾ ਇੱਕ MLA ਬਣ ਗਿਆ, MLA ਆਪ ਅਕਾਲੀ ਦਲ ਜਾਂ ਕਾਂਗਰਸ ਦਾ ਨਹੀਂ, MLA ਹਲਕੇ ਦਾ। ਉਹਦੇ ਵਾਸਤੇ ਸਿਆਣਾ MLA ਜਿਹੜਾ ਹੈ, ਉਹ ਪਾਰਟੀ ਦਾ ਵੀ ਵਿਤਕਰਾ ਨਹੀਂ ਕਰਦਾ। ਮੁੱਖ ਮੰਤਰੀ ਪੰਜਾਬ ਦਾ, ਮੁੱਖ ਮੰਤਰੀ ਆਮ ਆਦਮੀ ਪਾਰਟੀ ਦਾ ਨਹੀਂ ਹੈ, ਮੁੱਖ ਮੰਤਰੀ ਪੰਜਾਬ ਦਾ। ਸਿਆਣੇ ਲੀਡਰ ਜਿਹੜੇ ਪੋਲੀਟੀਕਲ ਲੀਡਰ ਹੁੰਦੇ ਨੇ, ਉਹ ਇਹਨਾਂ ਚੀਜ਼ਾਂ 'ਚ ਨਹੀਂ ਕਰਦੇ। ਹੁਣ ਇਹ ਅਲਕਾ ਲਾਂਬਾ ਜਾਂ ਕੁਮਾਰ ਵਿਸ਼ਵਾਸ 'ਤੇ ਪਰਚਾ ਦਰਜ ਹੋਇਆ, ਰੋਪੜ ਥਾਣੇ 'ਚ ਮੈਨੂੰ ਲੱਗਦਾ FIR ਹੋਈ ਹੈ। ਸੋ ਇਹਦਾ ਇਹ ਕੀ ਤੁਸੀਂ ਇਨਫਰੈਂਸ ਡਰਾ ਕਰੋਗੇ? ਕੀ ਕਰ ਲਿਆ ਉਹਨਾਂ ਨੇ? ਸੋ ਇਸ ਤਰ੍ਹਾਂ ਹੈ, ਇਹ ਸਰਕਾਰ ਸਗੋਂ ਆਪ ਐਮਬੈਰਸ ਹੋਏਗੀ। ਇਹਨਾਂ ਨੂੰ ਪੋਜ਼ਿਟਿਵ ਥਿੰਕਿੰਗ ਕਰਨੀ ਚਾਹੀਦੀ ਹੈ। ਆਪਾਂ ਸੂਬੇ ਨੂੰ ਅੱਗੇ ਲੈ ਕੇ ਜਾਣਾ, ਨਾ ਕਿ ਇਹਨੂੰ ਆਪਾਂ ਕੰਧਾਰ ਥੋੜ੍ਹੀ ਬਣਾਉਣਾ, ਅਫਗਾਨਿਸਤਾਨ ਥੋੜ੍ਹੀ ਬਣਾਉਣਾ, ਰੂਲ ਆਫ ਜੰਗਲ ਥੋੜ੍ਹੀ ਬਣਾਉਣਾ ਹੈ। ਤੁਸੀਂ ਤਾਂ ਇਹਨਾਂ ਨੂੰ ਬਹੁਤ ਨੇੜਿਓਂ ਦੇਖਿਆ। ਅਰਵਿੰਦ ਕੇਜਰੀਵਾਲ ਦੀ ਵਰਕਿੰਗ ਦੇਖੀ ਹੈ ਤੁਸੀਂ। ਉਹਨਾਂ ਦੇ ਥੱਲੇ ਜਿਹੜੇ ਬੰਦੇ ਨੇ, ਚਾਹੇ ਸੰਜੇ ਸਿੰਘ ਹੈ, ਚਾਹੇ ਪਿਛਲੀ ਵਾਰੀ ਦੁਰਗੇਸ਼ ਪਾਠਕ ਸੀ, ਇਸ ਵਾਰ ਨਵਾਂ ਬੰਦਾ ਆ ਗਿਆ ਰਾਘਵ ਚੱਡਾ, ਤੇ ਇੱਕ ਹੋਰ ਪਾਠਕ ਉਹ ਵੀ ਆ ਗਏ ਨੇ। ਸਾਰੇ ਨਵੇਂ ਟੀਮ ਆ ਗਈ। ਤੁਹਾਨੂੰ ਕੀ ਲੱਗਦਾ ਹੈ ਕਿ ਵਾਕਈ ਅਰਵਿੰਦ ਕੇਜਰੀਵਾਲ ਪੰਜਾਬ 'ਚ ਬਦਲਾਅ ਲਿਆਉਣਾ ਚਾਹੁੰਦੇ ਨੇ, ਜਾਂ ਉਹਨਾਂ ਦੀ ਟਾਰਗੇਟ ਸਿਰਫ ਪ੍ਰਾਈਮ ਮਿਨਿਸਟਰ ਬਣਨ ਤੱਕ ਦਾ? ਦੇਖੋ, ਜਿਹੜੀ ਤੇ ਹੈਗੀ ਆ ਬਦਲਾਅ ਦੀ ਨੀਤੀ, ਬਦਲਾਅ ਤੇ ਮੈਂ ਜ਼ਰੂਰ ਮੰਨਦਾ ਵੀ ਇਹ ਲਿਆਉਣਾ ਚਾਹੁੰਦੇ ਨੇ। ਅਕਸਰਕਾਰ ਲੋਕਾਂ ਨੇ ਵੋਟ ਇਹਨਾਂ ਨੂੰ ਬਦਲਾਅ ਦੇ ਸਿਰ 'ਤੇ ਪਾਈ ਹੈ। ਡੈਮੋਕ੍ਰੇਸੀ ਦੇ ਅੰਦਰ ਡੈਮੋਕ੍ਰੈਟਿਕਲੀ ਇਹ ਆਏ ਨੇ। ਇਹ ਆਪਾਂ ਨੂੰ ਇਸ ਗੱਲ ਦੀ ਇੱਜ਼ਤ ਕਰਨੀ ਚਾਹੀਦੀ ਹੈ, ਲੋਕਾਂ ਦੀ ਇੱਜ਼ਤ ਕਰਨੀ ਚਾਹੀਦੀ ਹੈ। ਬਦਲਾਅ ਦੀ ਨੀਤੀ ਹੈ, ਪਰ ਗੱਲ ਹੁੰਦੀ ਹੈ, ਇੱਕ ਹੁੰਦਾ ਹੈ ਪੋਲਿਸੀ ਮੇਕਰ, ਇੱਕ ਹੁੰਦਾ ਪੋਲਿਸੀ ਐਗਜ਼ੀਕਿਊਟ ਕਰਨ ਵਾਲਾ। ਹੁਣ ਪੋਲਿਸੀ ਐਗਜ਼ੀਕਿਊਟ ਕਰਨ ਵਾਲਾ, ਪੋਲਿਸੀ ਆਪਾਂ ਜੋ ਮਰਜ਼ੀ ਬਣਾਈ ਜਾਈਏ, ਐਗਜ਼ੀਕਿਊਟ ਕਰਨ ਵਾਲਾ ਜੇ ਨਾਕਾਮਯਾਬ ਹੈ ਜਾਂ ਇਨਐਫੀਸ਼ੀਐਂਟ ਹੈ, ਉਹ ਪੋਲਿਸੀ ਮੇਕਰ 'ਤੇ ਦਾਗ ਲੱਗਦਾ। ਹੁਣ ਤੁਸੀਂ ਇੱਕ ਲਾਂਗਰੀ ਨੂੰ ਕਹਿ ਦਿਓ ਵੀ ਅੱਜ ਮੀਟ ਬਣਾ, ਉਹਨੂੰ ਤੁਸੀਂ ਮੀਟ ਲਿਆ ਦਿਓਗੇ, ਪਿਆਜ਼ ਲਿਆ ਦਿਓਗੇ, ਅਦਰਕ ਲਿਆ ਦਿਓਗੇ। ਹੁਣ ਜੇ ਉਹ ਕੋਈ ਚੀਜ਼ ਵੱਧ ਕਰ ਦੂ ਜਾਂ ਕੋਈ ਘੱਟ ਕਰ ਜੂ, ਮੀਟ ਤੇ ਚੰਗਾ ਨਹੀਂ ਬਣਨਾ। ਤੇ ਜਿਹੜਾ ਮੀਟ ਲੈ ਕੇ ਆਇਆ ਉਹਦੇ ਤਾਂ ਕੋਈ ਦੋਸ਼ ਨਹੀਂ। ਸੋ ਦੋਸ਼ ਤੇ ਸਾਰਿਆਂ ਤੋਂ ਵੱਡਾ ਕੁਲਦੀਪ ਧਾਲੀਵਾਲ ਦਾ। ਇਹ ਸਭ ਤੋਂ ਨਲਾਇਕ ਆਦਮੀ ਕੈਬਨਿਟ 'ਚ ਬਣਾਇਆ ਇਹਨੂੰ। ਛੋਟੇਪੁਰ ਸਾਹਿਬ ਜਦੋਂ ਸੀਗੇ, ਅਸੀਂ ਜੁਆਇਨ ਕਰਾਉਣ ਗਏ ਹਾਂ ਅੰਮ੍ਰਿਤਸਰ। ਜਦੋਂ ਇਹਨੂੰ ਅੰਮ੍ਰਿਤਸਰ ਜੁਆਇਨ ਕਰਾਇਆ, ਉਦੋਂ ਲੋਕਾਂ ਨੇ ਰੌਲਾ ਪਾ ਲਿਆ ਸੀ ਆਮ ਆਦਮੀ ਪਾਰਟੀ 'ਚ ਕਿ ਇਹ ਡੀਪੋਰਟ ਹੋਇਆ USA ਤੋਂ। ਅਸੀਂ ਪਰ ਛਾਣਬੀਣ ਕੀਤੀ, ਇਹਨੂੰ ਫਿਰ ਵੀ ਜੁਆਇਨ ਕਰਾਇਆ। ਠੀਕ ਹੈ, ਅੱਜ ਜਿਹੜਿਆਂ ਨੇ ਇਹਦਾ ਇਹ ਕੰਮ ਕੀਤਾ, ਅੱਜ ਉਸੇ ਹੱਥ ਨੂੰ ਵੱਢਣ ਆਇਆ TRP ਪਿੱਛੇ। ਕਾਤਿਲ ਆਦਮੀ ਹੈ। 302 ਦਾ ਇੱਥੇ ਪਰਚਾ ਹੋਇਆ, 10ਵੀਂ ਪਾਸ ਹੈ। ਇਸ ਕਰਕੇ ਮੈਂ ਕੋਈ ਇਹ ਨਹੀਂ ਕਹਿੰਦਾ, ਆਪਣਾ ਮੈਜੋਰਿਟੀ ਦੇਸ਼ 10ਵੀਂ ਪਾਸ ਹੈ, ਪਰ ਇੱਕ ਐਜੂਕੇਸ਼ਨ ਦਾ ਲਿੰਕ ਮੈਂ ਸੂਝਵਾਨ ਬੰਦੇ ਨਾਲ ਨਹੀਂ ਕਰ ਰਿਹਾ। ਅਨਪੜ੍ਹ ਵੀ ਸੂਝਵਾਨ ਹੁੰਦੇ ਨੇ, ਪਿੰਡਾਂ 'ਚ ਅਕਸਰਕਾਰ ਪੰਚਾਇਤਾਂ ਬਣਦੀਆਂ, ਸਾਰਾ ਸੂਝਵਾਨ ਬੰਦੇ ਹੁੰਦੇ ਆ। ਪਰ ਇਸ ਕੰਮ ਵਾਸਤੇ ਇਹ ਇੱਕ ਧੱਕੇਸ਼ਾਹੀ ਕਰ ਰਿਹਾ, ਔਰ ਇਹੋ ਜਿਹੇ ਹਜ਼ਾਰਾਂ ਪਰਿਵਾਰ ਨੇ। ਮੇਰੀ ਗੱਲ ਛੱਡ ਦਿਓ, ਮੈਂ ਸ਼ਾਇਦ ਇਹ ਬਰਦਾਸ਼ਤ ਵੀ ਕਰ ਸਕਾਂ ਜੋ ਇਹਨਾਂ ਨੇ ਮੇਰੇ ਨਾਲ ਧੱਕਾ ਕੀਤਾ, ਪਰ ਬਹੁਤ ਐਸੇ ਨੇ, ਜਿਵੇਂ ਉਹ ਅੰਮ੍ਰਿਤਸਰ ਵਾਲੇ ਨੇ, ਉਹਨਾਂ ਨੇ ਆਖਿਆ ਜੇ ਤੁਸੀਂ ਸਾਡੀ ਜ਼ਮੀਨ ਨਾ ਵਾਪਸ ਦਿੱਤੀ ਅਸੀਂ ਖੁਦਕੁਸ਼ੀ ਕਰਾਂਗੇ। ਉਹਨਾਂ ਨੇ ਕਿਹਾ ਇਹ ਗੱਲ। ਅੱਛਾ, ਜਾਂ ਤੁਸੀਂ ਇਹ ਕੰਮ ਕਰਨਾ, ਤੁਸੀਂ ਆਲਟਰਨੇਟਿਵ ਕੋਈ ਅਰੇਂਜਮੈਂਟ ਕਰੋ। ਹੁਣ 5 ਬੰਦੇ ਇੱਕ ਘਰ 'ਚ ਰਹਿ ਰਹੇ ਨੇ, ਜਿਹੜਾ ਇਹ ਸ਼ਾਮਲਾਟ ਕਹਿੰਦੇ ਆ, ਉੱਥੇ ਇਹ ਘਰ ਆ ਇਹਨਾਂ ਦਾ। ਸੋ ਉੱਥੇ ਜਾ ਕੇ ਤੁਸੀਂ ਘਰ ਵਾਲਿਆਂ ਨੂੰ ਬੇਘਰ ਕਰ ਦਿਓਗੇ, ਜਾਂ ਉਹਦਾ ਇੰਤਜ਼ਾਮ ਕਰੋ ਵੀ ਕਾਕਾ ਤੈਨੂੰ ਆਹ ਨੌਕਰੀ ਦਿੱਤੀ, ਤੇਰੇ ਲਈ ਆਹ ਰੋਟੀ ਦਾ ਇੰਤਜ਼ਾਮ ਹੈ। ਜਿਹੜੇ ਹੁਣ ਉੱਥੋਂ 5 ਕਿੱਲਿਆਂ 'ਚ 5 ਹਿੱਸੇਦਾਰ ਨੇ,
ਇੱਕ ਇੱਕ ਏਕੜ ਪੈਲੀ 'ਚੋਂ ਕੀ ਖਾਊ ਤੇ ਕੀ ਕਰੂਗਾ ਦੱਸੋ। ਇਸ ਕਰਕੇ ਇਹ ਜਿਹੜੀਆਂ ਚੀਜ਼ਾਂ ਨੇ ਨਾ, ਇਹ ਇੱਕ ਪੰਚਾਇਤ ਮੰਤਰੀ ਦੇ ਵੱਸ ਦੀ ਗੱਲ ਨਹੀਂ। ਇਹਦੀ ਇੱਕ ਇਹਨਾਂ ਨੂੰ ਮੀਟਿੰਗ ਸੱਦਣੀ ਚਾਹੀਦੀ ਸੀ, ਚਾਹੇ ਕੇਜਰੀਵਾਲ ਸਾਹਿਬ ਸੱਦਦੇ, ਚਾਹੇ ਸੀਐਮ ਭਗਵੰਤ ਮਾਨ ਸੱਦਦੇ, ਉੱਚ ਇਹਨੂੰ ਸਟੱਡੀ ਕਰਦੇ ਮੁੱਦੇ ਨੂੰ ਕਿ ਕਿਸ ਢੰਗ ਨਾਲ ਕੰਮ ਕਰੀਏ ਜਿਹਦੇ ਨਾਲ ਐਜੀਟੇਸ਼ਨਾਂ ਵੀ ਨਾ ਹੋਣ, ਲੋਕ ਵੀ ਖੁਸ਼ ਰਹਿਣ, ਲਿਟੀਗੇਸ਼ਨ ਵੀ ਖਤਮ ਹੋਵੇ ਤੇ ਇਹਨਾਂ ਦੇ ਵੀ ਖਜ਼ਾਨੇ ਭਰ ਜਾਣ। ਇਹ ਤਰੀਕਾ ਹੁੰਦਾ ਗਵਰਨੈਂਸ ਦਾ। ਸੋ ਜਿਹੜੇ ਤਰੀਕੇ ਨਾਲ ਇਹਨਾਂ ਨੇ ਕੰਮ ਫੜਿਆ, ਮੈਨੂੰ ਨਹੀਂ ਲੱਗਦਾ ਅੱਜ ਜਿਹੜੀ ਸਰਕਾਰ ਦੀ ਸਥਿਤੀ ਹੈ, ਇਹ ਥੋੜ੍ਹੀ ਲੱਗਦਾ ਵੀ 1.5 ਮਹੀਨਾ ਪੁਰਾਣੀ ਸਰਕਾਰ ਹੈ। ਇਹ ਤਾਂ ਇਹੋ ਜਿਹੀ ਸਥਿਤੀ ਹੁੰਦੀ ਜਦੋਂ 5 ਸਾਲਾਂ 'ਚੋਂ 2.5 ਸਾਲ ਨਿਕਲ ਜਾਣ। ਸੋ ਆ ਇਹਨਾਂ ਦਾ ਹਾਲ ਆ। ਜਿਸ ਤਰੀਕੇ ਕੈਪਟਨ ਸਾਹਿਬ ਨੇ ਗੱਲ ਕਹੀ ਹੈ ਕਿ ਮੰਤਰੀ ਜੀ ਨੇ ਬਗੈਰ ਸੋਚੇ ਸਮਝੇ ਇਹ ਕਾਰਵਾਈ ਕਰਤੀ ਹੈ, ਕੋਈ ਲੀਗਲ ਸਟੱਡੀ ਨਹੀਂ ਕੀਤੀ, ਕਾਗਜ਼ਾਂ ਦੀ ਸਟੱਡੀ ਨਹੀਂ ਕੀਤੀ, ਔਰ ਉਹਨਾਂ ਕੋਲ ਪੂਰੇ ਕਾਗਜ਼ ਹੈ। ਅਸੀਂ ਤੁਹਾਨੂੰ ਉਹ ਕਾਗਜ਼ ਵੀ ਵਿਖਾਵਾਂਗੇ। ਔਰ ਇਕੱਲਾ ਇਹਨਾਂ 'ਤੇ ਧੱਕਾ ਨਹੀਂ ਹੋਇਆ, ਉਹ ਹੋਰ ਵੀ ਜਗ੍ਹਾ ਜਾ ਕੇ ਟਰੈਕਟਰ ਵਾਹ ਰਹੇ ਨੇ ਔਰ ਧੱਕਾ ਕਰ ਰਹੇ ਨੇ, ਔਰ ਉਹ ਲੋਕਾਂ ਨੇ ਕੈਪਟਨ ਸਾਹਿਬ ਨਾਲ ਸੰਪਰਕ ਕੀਤਾ ਹੈ। ਇਹ ਹੁਣ ਆਉਣ ਵਾਲਾ ਵਕਤ ਦੱਸੇਗਾ ਕਿ ਇਸ ਦੇ ਉੱਪਰ ਜਿਹੜਾ ਮੰਤਰੀ ਜੀ ਨੇ ਕਾਰਵਾਈ ਸ਼ੁਰੂ ਕੀਤੀ ਹੈ, ਉਸ 'ਚ ਉਹਨਾਂ ਨੂੰ ਕਾਮਯਾਬੀ ਮਿਲਦੀ ਹੈ ਕਿ ਨਹੀਂ ਮਿਲਦੀ, ਜਾਂ ਜਿਹੜੇ ਲੋਕੀ ਨੇ ਜਿਹੜੇ ਇੰਨੇ ਸਾਲਾਂ ਤੋਂ ਕਾਬਜ਼ ਨੇ ਔਰ ਆਪਣੀ ਮਿਹਨਤ ਨਾਲ ਉੱਥੇ ਰੋਜ਼ੀ ਰੋਟੀ ਕਮਾ ਰਹੇ ਨੇ, ਕਿ ਉਹ ਜਿੱਤਦੇ ਨੇ। ਇਹ ਹੁਣ ਆਉਣ ਵਾਲਾ ਸਮਾਂ ਦੱਸੇਗਾ। ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਦਾ।